ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਵੱਡੀਆਂ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਪੱਛਮੀ ਬੰਗਾਲ ਦੀ ਵੱਲ। ਲਗਾਤਾਰ ਕਿਸਾਨ ਜਥੇਬੰਦੀਆਂ ਪੱਛਮੀ ਬੰਗਾਲ ਦੇ ਵਿੱਚ ਡਟੀਆਂ ਹੋਈਆਂ ਨੇ ਤੇ ਉੱਥੋਂ ਵੱਡੀਆਂ ਪ੍ਰੈਸ ਕਾਨਫਰੰਸਾਂ ਵੀ ਹੁਣ ਜਾਰੀ ਹੋ ਚੁੱਕੀਆਂ ਨੇ। ਇਸੇ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੀਆਂ ਰੈਲੀਆਂ ਦੀ ਵੀ ਆਰੰਭਤਾ ਪੱਛਮੀ ਬੰਗਾਲ ਦੇ ਵਿੱਚ ਹੋ ਚੁੱਕੀ ਹੈ। ਬੀਤੇ ਦਿਨੀ ਕਿਸਾਨ ਆਗੂ ਰਾਕੇਸ਼ ਟਿਕੈਤ ਪੱਛਮੀ ਬੰਗਾਲ ਦੇ ਵਿੱਚ ਪਹੁੰਚੇ ਸੀ, ਜਿੱਥੇ ਰਾਕੇਸ਼ ਟਿਕੈਤ ਨੇ ਭਾਜਪਾ ਦੇ ਆਗੂਆਂ ਦਾ ਜਵਾਬ ਦਿੱਤਾ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਟਿੱਪਣੀ ਕੀਤੀ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਦੇ ਜਾਣ ਦੇ ਨਾਲ ਉਹਨਾਂ ਦੀ ਭਾਜਪਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਣ ਵਾਲਾ, ਜਿਸ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਜਵਾਬ ਆਇਆ ਸੀ ਕਿ ਪੱਛਮੀ ਬੰਗਾਲ ਦੇ ਵਿੱਚ ਕਿਸਾਨਾਂ ਦਾ ਆਉਣਾ ਭਾਜਪਾ ਦੇ ਲਈ ਬਹੁਤ ਭਾਰੀ ਪਏਗਾ ਸਿਆਸੀ ਤੌਰ ਦੇ ਉੱਤੇ, ਕਿਉਂਕਿ ਵੱਡੀ ਫੇਰਬਦਲ ਹੋਣੀ ਸ਼ੁਰੂ ਹੋ ਚੁੱਕੀ ਹੈ। ਪੱਛਮੀ ਬੰਗਾਲ ਦੇ ਵਿੱਚੋਂ ਭਾਜਪਾ ਦੇ ਵੱਡੇ ਆਗੂ ਜਸ਼ਵੰਤ ਸਿਨਹਾ ਦੇ ਵੱਲੋਂ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ ਅਤੇ ਤ੍ਰਿਣਮੂਲ ਕਾਂਗਰਸ ਦਾ ਹਿੱਸਾ ਵੀ ਉਹ ਬਣ ਚੁੱਕੇ ਨੇ, ਜਿਸ ਦੇ ਨਾਲ ਜ਼ਰੂਰ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੀ ਸਿਆਸਤ ਦੇ ਵਿੱਚ ਤਰਥੱਲੀ ਪਈ ਹੈ, ਕਿਉਂਕਿ ਵੱਡੇ ਆਗੂ ਨੇ ਭਾਜਪਾ ਦੇ ਦੁਸ਼ਯੰਤ ਸਿਨਹਾ, ਜਿਨ੍ਹਾਂ ਦੇ ਵੱਲੋਂ ਭਾਜਪਾ ਨੂੰ ਅਲਵਿਦਾ ਕਿਹਾ ਗਿਆ ਹੈ। ਭਾਜਪਾ ਦੀਆਂ ਪਿਛਲੀਆਂ ਸਰਕਾਰਾਂ ਦੇ ਦਰਮਿਆਨ ਉਹ ਭਾਰਤ ਦੇ ਫਾਈਨਾਂਸ ਮਿਨਿਸਟਰ ਦੇ ਤੌਰ ਦੇ ਉੱਤੇ ਵੀ ਕੰਮ ਕਰ ਚੁੱਕੇ ਨੇ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ। ਇਸ ਕਰਕੇ ਇਸ ਵੱਡੇ ਕੱਦ ਦੇ ਵੱਲੋਂ ਅਸਤੀਫਾ ਦੇਣਾ ਕਿਤੇ ਨਾ ਕਿਤੇ ਚਰਚਾਵਾਂ ਦੇ ਵਿੱਚ ਜ਼ਰੂਰ ਹੈ। ਉਧਰ ਇਸ ਨੂੰ ਲੈ ਕੇ ਭਾਜਪਾ ਆਗੂ ਦਾ ਕੀ ਪ੍ਰਤੀਕਰਮ ਸੀ, ਉਹ ਜ਼ਰੂਰ ਸੁਣਾਉਂਦੇ ਹਾਂ। ਕਿਸਾਨ ਲੀਡਰ ਵੈਸਟ ਬੰਗਾਲ ਅਸਾਮ ਲਈ ਭਾਜਪਾ ਦਾ ਤੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਵਾਸਤੇ ਗਏ। ਮੇਰਾ ਉਹਨਾਂ ਨੂੰ ਇਹ ਕਹਿਣਾ ਕਿ ਉੱਥੇ ਜਾ ਕੇ ਕਿਸਾਨ ਦਾ ਕੀ ਹਿੱਤ ਹੋਏਗਾ। ਉਹ ਆਪਣੇ ਰਾਜਨੀਤਿਕ ਹਿੱਤ ਸਾਧਣ ਦੇ ਲਈ ਗਏ ਆ, ਇਸ ਤੋਂ ਸਾਫ਼ ਹੋ ਗਿਆ। ਔਰ ਜਦੋਂ ਕਿਸਾਨ ਜਿਹੜੇ ਅਸਲੀ ਕਿਸਾਨ ਸੜਕਾਂ 'ਤੇ ਬੈਠੇ ਆ, ਉਹਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਹੋ ਜਾਏਗੀ ਅਤੇ ਮੇਰਾ ਖਿਆਲ ਆ ਉਹ ਕਿਸਾਨ ਉਹਨਾਂ ਨੂੰ ਆਪਣੇ ਆਪ ਹੀ ਅਲੱਗ-ਥਲੱਗ ਕਰ ਦੇਣਗੇ। ਔਰ ਵੈਸਟ ਬੰਗਾਲ ਅਤੇ ਅਸਾਮ 'ਚ ਅਤੇ ਜਿਨ੍ਹਾਂ ਰਾਜਾਂ 'ਚ ਚੋਣਾਂ ਹੋ ਰਹੀਆਂ ਨੇ, ਭਾਜਪਾ ਨੂੰ ਔਰ ਪ੍ਰਧਾਨ ਮੰਤਰੀ ਜੀ ਨੂੰ ਕਿਸਾਨਾਂ ਦੇ ਵੋਟ ਵੀ ਮਿਲਣੇ ਆ। ਅਸੀਂ ਵੈਸਟ ਬੰਗਾਲ 2/3 ਮੈਜੋਰਟੀ ਲੈਣ ਜਾ ਰਹੇ ਹਾਂ ਅਤੇ ਫਿਰ ਇਹ ਆ ਕੇ ਕੀ ਸ਼ਕਲ ਦਿਖਾਉਣਗੇ ਔਰ ਕੀ ਕਿਸਾਨ ਦਾ ਹਿੱਤ ਹੋਏਗਾ ਇਹਨਾਂ ਦੇ ਬੰਗਾਲ 'ਚ ਘੁੰਮਣ ਨਾਲ। ਅਤੇ ਮੈਂ ਸਮਝਦਾ ਕਿ ਜਿਹੜੀਆਂ ਇਹ ਧਮਕੀਆਂ ਦੇ ਰਹੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਇਹ ਕਿਸਾਨ ਹਿੱਤ ਦੀਆਂ ਜਾਂ ਕਿਸਾਨ ਇੱਦਾਂ ਦੀ ਗੱਲ ਕਦੇ ਵੀ ਨਹੀਂ ਕਰਦੇ। ਸਭ ਤੋਂ ਪਹਿਲਾਂ ਰੁੱਖ ਲਗਾਤਾਰ ਪੰਜਾਬ ਦੇ ਵਿੱਚ ਵੱਧ ਰਹੇ ਮਹਾਮਾਰੀ ਦੇ ਕੇਸਾਂ ਦੇ ਵੱਲ ਕਰਾਂਗੇ। ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਨਾਈਟ ਕਰਫਿਊ ਲੱਗ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋਏ ਸੀ ਤੇ ਹੁਣ ਉਸ ਤੋਂ ਬਾਅਦ ਆਂਗਣਵਾੜੀ ਸਕੂਲਾਂ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ। ਇਹਨਾਂ ਹੁਕਮਾਂ ਤੋਂ ਬਾਅਦ ਲਗਾਤਾਰ ਸਰਕਾਰ ਦੀ ਹੋਰ ਸਖਤਾਈ ਸਾਹਮਣੇ ਆ ਰਹੀ ਹੈ, ਜਿਸ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਜ਼ਰੂਰ ਇਸ ਨੂੰ ਲੈ ਕੇ ਚਿੰਤਾ ਹੈ। ਸੋ ਸਭ ਤੋਂ ਪਹਿਲਾਂ ਸੁਰਿੰਦਰ ਡੱਲਾ ਹੋਣਾ ਤੋਂ ਸੁਣਾਂਗੇ ਕੋਵਿਡ ਦੇ ਤਾਜ਼ੇ ਅਪਡੇਟ। ਅੱਜ ਅਸੀਂ 14 ਮਾਰਚ ਨੂੰ ਗੱਲ ਕਰ ਰਹੇ ਹਾਂ ਆਪਸ 'ਚ, 13 ਮਾਰਚ ਤੱਕ ਦੇ ਨੇ ਔਰ ਕੱਲ੍ਹ ਦੇ ਦਿਨ 'ਚ 13 ਮਾਰਚ 1515 ਨਵੇਂ ਕੇਸ ਆ ਗਏ ਗਗਨ, 1515। ਸੋ ਸੱਚਮੁੱਚ ਕਾਫੀ ਤੇਜ਼ੀ ਨਾਲ ਆ। ਇੱਕ ਵਾਰੀ ਫਿਰ ਲੁਧਿਆਣਾ 'ਚ 180 ਕੇਸ ਕੱਲ੍ਹ ਆਏ, ਜਲੰਧਰ 'ਚ 179 ਕੇਸ ਆਏ, ਪਟਿਆਲਾ 'ਚ 164 ਕੇਸ ਆਏ, ਮੋਹਾਲੀ 'ਚ 125 ਕੇਸ ਆਏ, ਅੰਮ੍ਰਿਤਸਰ 'ਚ 103 ਕੇਸ ਆਏ, ਗੁਰਦਾਸਪੁਰ 'ਚ 64 ਕੇਸ ਆਏ, ਬਠਿੰਡਾ 'ਚ 27 ਕੇਸ ਆਏ, ਹੁਸ਼ਿਆਰਪੁਰ 'ਚ 211 ਕੇਸ ਆਏ, ਫਿਰੋਜ਼ਪੁਰ 4, ਪਠਾਨਕੋਟ 9, ਸੰਗਰੂਰ 'ਚ 27 ਕੇਸ ਆਏ, ਕਪੂਰਥਲਾ 'ਚ 69 ਕੇਸ ਆਏ, ਫਰੀਦਕੋਟ 'ਚ 31, ਮੁਕਤਸਰ 'ਚ 5, ਫਜ਼ਿਲਕਾ 'ਚ 10, ਮੋਗਾ 'ਚ 19, ਰੋਪੜ 'ਚ 77 ਕੇਸ ਆਏ, ਫਤਿਹਗੜ੍ਹ ਸਾਹਿਬ 13 ਕੇਸ ਆਏ, ਬਰਨਾਲਾ 'ਚ 10 ਕੇਸ ਆਏ, ਤਰਨਤਾਰਨ 30 ਆਏ, ਸ਼ਹੀਦ ਭਗਤ ਸਿੰਘ ਨਗਰ 137 ਆਏ ਅਤੇ ਮਾਨਸਾ 'ਚ 21 ਕੇਸ ਆਏ। ਸੋ ਤੁਸੀਂ ਦੇਖ ਲਓ 11, 12, 13, 14, 15, 16, 17, 18, 19, 20, 21, 22 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕੇਸ ਆਏ। ਸੋ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ 1515 ਕੇਸ ਆਏ। ਸੋ ਸਾਨੂੰ ਜ਼ਰੂਰ ਜਿਹੜੀਆਂ ਸਾਵਧਾਨੀਆਂ ਨੇ ਉਹ ਵਰਤਣ ਦੀ ਲੋੜ ਹੈ ਗਗਨ। ਉਧਰ 26 ਜਨਵਰੀ ਨੂੰ ਵਾਪਰੀ ਘਟਨਾ ਦੇ ਦਰਮਿਆਨ ਇੱਕ ਨੌਜਵਾਨ ਇਸ ਧਰਤੀ ਤੋਂ ਜਾ ਚੁੱਕਿਆ ਹੈ। ਉਸ ਨੌਜਵਾਨ ਦਾ ਨਾਮ ਹੈ ਨਵਰੀਤ ਸਿੰਘ। ਨਵਰੀਤ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਪਾਸੇ ਜਿੱਥੇ ਪੰਜਾਬ ਦੇ ਸਿਆਸਤ ਦੇ ਵੱਡੇ ਚਿਹਰੇ, ਜਿਨ੍ਹਾਂ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਸ਼ਾਮਲ ਨੇ, ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਸਮੇਤ ਵੱਖੋ ਵੱਖਰੇ ਤਰੀਕੇ ਦੇ ਨਾਲ ਸਰਕਾਰ ਨੂੰ ਘੇਰਨ ਦੇ ਲਈ ਤੰਜ ਕੱਸੇ ਜਾਂਦੇ ਨੇ ਅਤੇ ਕਾਨੂੰਨੀ ਤੌਰ ਦੇ ਉੱਤੇ ਵੀ ਸਕੰਜਾ ਤਿਆਰ ਕੀਤਾ ਜਾਂਦਾ ਹੈ। ਉਧਰ ਦੂਜੇ ਪਾਸੇ ਨਵਰੀਤ ਦੇ ਦਾਦਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ। ਕਿ ਕੁਝ ਉਹਨਾਂ ਦਾ ਕਹਿਣਾ ਹੈ, ਉਹ ਸੁਣਦੇ ਹਾਂ।
2 ਮਹੀਨਿਆਂ ਦੇ ਵਿੱਚ ਰੈਗੂਲਰ ਜਿਹੜਾ ਅਸੀਂ ਇਸ ਮੋਰਚੇ ਨੂੰ ਸਾਂਭਣ ਵਾਸਤੇ ਲੱਗੇ ਹੋਏ ਹਾਂ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਨਵਰੀਤ ਦੀ ਸ਼ਹਾਦਤ ਜਿਸ ਕਾਜ਼ ਨੂੰ ਲੈ ਕੇ ਹੋਈ ਹੈ ਉਹ ਹੈ ਮੋਰਚੇ ਦੀ ਕਾਮਯਾਬੀ। ਅਸੀਂ ਮੋਰਚੇ ਨੂੰ ਕਾਮਯਾਬ ਕਿਵੇਂ ਕਰਨਾ, ਇਸ ਲਈ ਮੋਰਚੇ ਦੀ ਕਾਮਯਾਬੀ ਵਾਸਤੇ ਜੋ ਵੀ ਐਫਰਟਸ ਸਾਡੇ ਵੱਲੋਂ ਬਣਦੇ ਸੀ ਮੈਂ ਉਹ ਰੈਗੂਲਰ ਕਰ ਰਿਹਾ। ਪਿਛਲੇ 13 ਫਰਵਰੀ ਤੋਂ ਮੈਂ ਸ਼ੁਰੂ ਹੋਇਆ ਔਰ ਅੱਜ 13 ਮਾਰਚ ਹੈ, ਲਗਭਗ ਮਹੀਨਾ ਹੋ ਗਿਆ। ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਰੀਆਂ ਪੰਥਕ ਧਿਰਾਂ ਦਾ ਵੀ ਔਰ ਜਿਹੜੀਆਂ ਕਿਸਾਨ ਜਥੇਬੰਦੀਆਂ ਦਾ ਵੀ, ਜਿਨ੍ਹਾਂ ਨੇ ਮੇਰੀ ਗੱਲ ਸੁਣੀ ਔਰ ਉਹਨਾਂ ਨੇ ਉਸ ਗੱਲ ਨੂੰ ਮੰਨਿਆ। ਔਰ ਅੱਜ ਦੀ ਤਰੀਕ ਵਿੱਚ ਇਹ ਹੈ ਕਿ ਅਸੀਂ ਸਾਰੇ ਜਿਹੜੇ ਮੋਰਚੇ ਦੀਆਂ ਆਗੂ ਜਥੇਬੰਦੀਆਂ ਜਿਹੜੀਆਂ ਉਹ ਧਿਰਾਂ ਜਿਹੜੀਆਂ ਉਹ ਵੀ ਇੱਕ ਜਗ੍ਹਾ 'ਤੇ ਬੈਠਦੇ ਵੀ ਨੇ, ਗੱਲਾਂ ਵੀ ਕਰਦੇ ਨੇ, ਭਵਿੱਖ ਦੀਆਂ ਯੋਜਨਾਵਾਂ ਵੀ ਬਣਾਉਂਦੇ ਨੇ। ਅਤੇ ਪੰਥਕ ਸਭਾ ਦੇ ਵਿੱਚ ਵੀ ਇੱਕ ਬਹੁਤ ਵੱਡਾ 7 ਤਰੀਕ ਨੂੰ ਜਿਹੜਾ ਅਸੀਂ ਕੋਸ਼ਿਸ਼ ਕੀਤੀ ਅਰਦਾਸ ਦੇ ਵਿੱਚ ਪੰਥਕ ਧਿਰਾਂ ਜਿਹੜੀਆਂ ਉੱਥੇ ਸੇਵਾ ਦੇ ਤੌਰ 'ਤੇ ਸ਼ਾਮਲ ਨੇ। ਅਸੀਂ ਇੱਕ ਉੱਥੇ ਜਿਹੜਾ ਨੈਰੇਟਿਵ ਸਿਰਜਿਆ ਗਿਆ ਸੀਗਾ ਵੀ ਉੱਥੇ 2 ਤਰ੍ਹਾਂ ਦੀਆਂ ਵਿਚਾਰਤਾਵਾਂ ਦਾ ਟਕਰਾਅ ਹੈ ਵੀ ਇੱਕ ਬੰਨੇ ਪੰਥਕ ਧਿਰਾਂ ਹੈ ਉਹ ਆਪਣੇ ਹਿਸਾਬ ਨਾਲ ਮੋਰਚਾ ਚਲਾਉਣੀਆਂ ਚਾਹੁੰਦੀਆਂ ਔਰ ਇੱਕ ਬੰਨੇ ਕਾਮਰੇਡ ਧਿਰਾਂ ਜਿਹੜੀ ਆਪਣੇ ਹਿਸਾਬ ਨਾਲ ਮੋਰਚਾ ਚਲਾਉਣਾ ਚਾਹੁੰਦੀਆਂ। ਔਰ ਅਸੀਂ ਇਸ ਨੂੰ ਕਲੀਅਰ ਕੀਤਾ 7 ਤਰੀਕ ਨੂੰ ਵੀ ਪੰਥਕ ਧਿਰਾਂ ਦਾ ਇੱਥੇ ਸਿਰਫ ਸਹਿਯੋਗੀ ਦਾ ਰੋਲ, ਕਿਉਂਕਿ ਸਾਡੀ ਰਿਵਾਇਤ ਆ, ਸਾਡਾ ਇਤਿਹਾਸ ਹੈ, ਸਾਡਾ ਸਿਧਾਂਤ ਹੈ ਗੁਰੂ ਸਾਹਿਬ ਦਾ। ਨਹੀਂ, ਕੈਂਡਲ ਮਾਰਚ ਨਹੀਂ ਹੈਗਾ, ਇਹ ਨੌਜਵਾਨਾਂ ਦਾ ਮਾਰਚ ਹੈ ਜਿਹੜਾ ਸਿੰਘੂ ਬਾਰਡਰ ਤੱਕ ਜਾਏਗਾ। ਮੋਗੇ ਤੋਂ ਸਟਾਰਟ ਕਰਾਂਗੇ। ਇਹ ਨੌਜਵਾਨ ਕਿਸਾਨ ਮੋਰਚਾ ਇਕਜੁੱਟਤਾ ਮਾਰਚ ਨਾਂ ਦਿੱਤਾ ਇਸ ਨੂੰ। ਨਵਰੀਤ ਦੀ ਸ਼ਹਾਦਤ ਨੂੰ ਸਮਰਪਿਤ ਹੈ ਮਾਰਚ। 25 ਮਾਰਚ ਨੂੰ ਮੋਗੇ ਤੋਂ ਸ਼ੁਰੂ ਹੋਏਗਾ ਸਵੇਰੇ 10 ਵਜੇ ਔਰ ਸ਼ਾਮ ਨੂੰ ਸਿੰਘੂ ਪਹੁੰਚੇਗਾ। ਨੌਜਵਾਨ ਸ਼ਾਮਲ ਹੋਣਗੇ, ਕਿਸੇ ਦਾ ਨਾਮ ਪਾਰਟਿਕੂਲਰ ਨਹੀਂ ਹੈਗਾ ਕਿਉਂਕਿ ਸਾਰੇ ਨੌਜਵਾਨ ਜਿਹੜੇ ਇਸ ਮੋਰਚੇ ਵਿੱਚ ਸ਼ਾਮਲ ਹੋਣਗੇ ਔਰ ਮਾਰਚ ਲੈ ਕੇ ਅਸੀਂ ਸਿੰਘੂ ਜਾਵਾਂਗੇ। ਉਧਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਦੇ ਵੱਲੋਂ ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ। ਉਹਨਾਂ ਇਸ ਮੌਕੇ ਦੇ ਉੱਤੇ ਗੰਭੀਰ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਲਾਏ ਨੇ। ਜਦੋਂ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ, ਕਿਸਾਨਾਂ ਨੇ ਕੈਪਟਨ ਸਾਹਿਬ ਦੇ ਵਿੱਚ ਭਰੋਸਾ ਪ੍ਰਗਟ ਕੀਤਾ, ਜਦੋਂ ਕੈਪਟਨ ਸਾਹਿਬ ਪੰਜਾਬ ਦੇ ਸੀਐਮ ਬਣੇ ਉਸ ਤੋਂ ਬਾਅਦ ਪਹਿਲੇ ਹਾਊਸ ਦੇ ਵਿੱਚ, ਪਹਿਲੀ ਵਿਧਾਨ ਸਭਾ ਦੇ ਵਿੱਚ ਕੀ ਅਨਾਉਂਸ ਕੀਤਾ ਕਿ 10,000 ਕਰੋੜ ਰੁਪਏ ਦਾ ਕਰਜ਼ਾ ਅਸੀਂ ਕਿਸਾਨਾਂ ਦਾ ਮਾਫ ਕਰਾਂਗੇ। ਇਹ ਪਹਿਲੇ ਬਜਟ ਦੇ ਵਿੱਚ ਪਾਸ ਹੋਇਆ 10,000 ਕਰੋੜ ਰੁਪਏ ਦਾ। ਉਸ ਤੋਂ ਬਾਅਦ ਹੋਇਆ ਕੀ ਕਿ 7700 ਕਰੋੜ ਰੁਪਈਆ ਪਿਛਲੇ ਬਜਟ ਤੱਕ, ਜਿਹੜਾ ਪਿਛਲਾ ਬਜਟ ਸੀ ਲਾਸਟ ਈਅਰ ਦਾ, ਉਹਦੇ ਤੱਕ 7700 ਕਰੋੜ ਰੁਪਈਆ ਰੱਖਿਆ ਗਿਆ, ਪਰ ਲੇਕਿਨ ਕਿੰਨਾ ਮਾਫ ਕੀਤਾ? ਸਿਰਫ ਤੇ ਸਿਰਫ 4500 ਕਰੋੜ। 7700 ਰੱਖ ਕੇ 4500 ਕੀਤਾ। ਹੁਣ ਜਿਹੜਾ ਹੈਗਾ 1700 ਕਰੋੜ ਰੁਪਈਆ ਰੱਖਿਆ ਗਿਆ, 550 ਰੱਖਿਆ ਬੇਜ਼ਮੀਨੇ ਕਿਸਾਨਾਂ ਦੇ ਲਈ ਔਰ 1100 ਰੁਪਈਆ ਰੱਖਿਆ ਗਿਆ, 1100 ਸਮਥਿੰਗ ਜਿਹੜਾ ਹੈਗਾ ਕਿਸਾਨਾਂ ਦੇ ਲਈ। ਹੁਣ ਵੀ ਅਨਾਉਂਸਮੈਂਟ ਹੋਈ ਆ। ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਕੈਪਟਨ ਸਾਹਿਬ ਮਾਰ ਰਹੇ ਨੇ ਕਿ ਕਾਂਗਰਸ ਪਾਰਟੀ ਮਾਰ ਰਹੀ ਹੈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਿਸਾਨ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਰਿਹਾ। ਚਾਹੇ ਆਪਾਂ ਦਸੂਹੇ ਦੀ ਗੱਲ ਕਰ ਲਈਏ, ਚਾਹੇ ਆਪਾਂ ਮੌੜ ਮੰਡੀ ਦੀ ਗੱਲ ਕਰ ਲਈਏ, ਸਮੁੱਚੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਖੁਦਕੁਸ਼ੀਆਂ 2017 ਤੋਂ ਪਹਿਲਾਂ ਜਾਰੀ ਸੀਆਂ ਉਸੇ ਤਰ੍ਹਾਂ ਹੁਣ ਵੀ ਜਾਰੀ ਨੇਗੀਆਂ। ਔਰ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣੀ ਚਾਹੁੰਦਾਗਾ ਕਿ ਜਿਹੜੇ ਕਰਜ਼ਾ ਮਾਫੀ ਸਮਾਰੋਹ ਹੋਏ, ਜਿਹੜੇ ਸਮਾਗਮ ਹੋਏ ਕਰਜ਼ਾ ਮਾਫੀ ਨੂੰ ਲੈ ਕੇ, ਉਹਨਾਂ ਤੇ ਲਗਭਗ 10 ਕਰੋੜ ਰੁਪਈਆ ਆਪਣੀ ਸ਼ੋਹਰਤ ਹਾਸਲ ਕਰਨ ਦੇ ਲਈ, ਇੱਕ ਫੋਕੀ ਸ਼ੋਹਰਤ ਹਾਸਲ ਕਰਨ ਦੇ ਲਈ 10 ਕਰੋੜ ਰੁਪਈਆ ਲਾਤਾ ਸਰਕਾਰ ਨੇ। ਜੇ 10 ਕਰੋੜ ਰੁਪਈਆ ਉਹੀ ਲਗਭਗ 400 ਜਾਂ 500 ਕਿਸਾਨਾਂ ਨੂੰ ਵੰਡਿਆ ਹੁੰਦਾ ਤਾਂ ਮੈਂ ਸਮਝਦਾ ਦਸੂਹੇ ਦੇ ਕਿਸਾਨ ਆਤਮ ਹੱਤਿਆ ਨਾ ਕਰਦੇ। ਉਧਰ ਹਰਿਆਣਾ ਪੁਲਿਸ ਦੇ ਵੱਲੋਂ ਇੱਕ ਹੈਲੀਕਾਪਟਰ ਦੀ ਮੰਗ ਕੀਤੀ ਗਈ ਸੀ, ਜਿਸ ਦੀ ਫਾਈਲ ਤਿਆਰ ਕਰਕੇ ਉਥੋਂ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਭੇਜੀ ਗਈ, ਜਿਸ ਫਾਈਲ ਨੂੰ ਪੜਨ ਤੋਂ ਬਾਅਦ ਅਨਿਲ ਵਿਜ ਦੇ ਵੱਲੋਂ ਹੈਲੀਕਾਪਟਰ ਦੀ ਇਸ ਮੰਗ ਵਾਲੀ ਫਾइल ਨੂੰ रिजेक्ट कर दिया गया। एक फाइल आई थी कि पुलिस डिपार्टमेंट के लिए अलग से हेलीकॉप्टर खरीदा जाए, तो मैं तो उससे सहमत नहीं हुआ, इसलिए मैंने उसको रिजेक्ट कर दिया। ਬਹੁਜਨ ਸਮਾਜ ਨੂੰ ਸਿਆਸੀ ਤੌਰ ਤੇ ਉੱਤੇ ਜੇਕਰ ਮਜ਼ਬੂਤ ਕਰਨ ਦੀ ਗੱਲ ਉੱਠਦੀ ਹੈ ਤਾਂ ਇਸ ਮਜ਼ਬੂਤੀ ਦਾ ਥੰਮ ਮੰਨੇ ਜਾਂਦੇ ਨੇ ਕਾਸ਼ੀ ਰਾਮ ਕਾਸ਼ੀ। ਉਹਨਾਂ ਦੇ ਵੱਲੋਂ ਬਹੁਜਨ ਸਮਾਜ ਨੂੰ ਮਜ਼ਬੂਤ ਕਰਨ ਦੇ ਲਈ ਬਹੁਜਨ ਸਮਾਜਵਾਦੀ ਪਾਰਟੀ ਦਾ ਗਠਨ ਹੁੰਦਾ ਹੈ। ਇਸ ਦੇ ਦਰਮਿਆਨ ਹੀ ਉਹਨਾਂ ਨੇ ਕਾਫੀ ਵੱਡੇ ਕੰਮ ਬਹੁਜਨ ਸਮਾਜ ਦੀ ਭਲਾਈ ਦੇ ਲਈ ਕੀਤੇ ਨੇ। ਇਸੇ ਖਾਸ ਸ਼ਖਸੀਅਤ ਦੇ ਬੁੱਤ ਦੇ ਲਈ ਹੁਣ ਬਹੁਜਨ ਸਮਾਜ ਦੇ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। परसों सुबह 11 बजे हम लोग ख्वासपुर गांव जाएंगे और मानवर कांसीराम साहब की मूर्ति का अनावरण करके उनके प्रति अपनी श्रद्धांजलि अर्पित करेंगे। मैं समस्त समाज के लोगों से निवेदन करना चाहता हूं कि कृपया आप लोग सब आइए, बहुजन समाज के इस महानायक की उनके गांव में, पैतृक गांव में उनकी मूर्ति के अनावरण में आप सब भी शामिल हुइए सुबह 11 बजे। बेहद अनफॉर्चुनेट है, मैं कह नहीं सकता किस वजह से किसी भी पार्टी ने
किसी भी सरकार ने इस तरफ ध्यान क्यों नहीं दिया? बहुजन महानायक की जिन्होंने बहुजन समाज में राजनीतिक चेतना जगाई, उनके नाम का कोई प्रतीक चिन्ह नहीं, कोई उनकी मूर्ति नहीं, कोई लाइब्रेरी नहीं, कोई पार्क नहीं। मुझे खुशी है कि मैं उनकी मूर्ति अपने पूरे संगठन, जो हमारे समाज का संगठन मिशन जय भीम है, उसके माध्यम से हम लगाने में कामयाब हो रहे हैं। कार्यक्रम एकदम सादगीपूर्ण होगा, जिसमें दिल्ली से भी कम से कम 100 लोग तो हमारे साथ जा रहे हैं और बाकी पंजाब में रोपड़ के आसपास से काफ़ी लोग आएंगे। और मैं समझता हूँ बहुत ही सादगीपूर्ण तरीके से हम मानवर कांसीराम साहब की मूर्ति का अनावरण करेंगे। उधर दूजे पासे भाजपा आगੂ हरजीत गरेवाल ने भी SGPC ਦੀ ਕਿਸਾਨਾਂ ਨੂੰ ਲੈ ਕੇ ਕੀਤੀ ਜਾ ਰਹੀ ਮਦਦ ਦੇ ਉੱਤੇ ਟਿੱਪਣੀ ਕੀਤੀ ਸੀ, ਜਿਸ ਮਦਦ ਦੀ ਟਿੱਪਣੀ ਦਾ ਜਵਾਬ ਹਰਜੀਤ गरेवाल ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤਾ ਗਿਆ। ਜਿਸ ਤਰ੍ਹਾਂ ਦੇ ਸਟਰਕਚਰ ਬਣਾ ਕੇ ਦੇਣ ਦੀ ਗੱਲ ਹੋ ਰਹੀ ਹੈ ਟੈਂਪਰੇਰੀ, ਔਰ ਹੋਰ ਸੁਵਿਧਾਵਾਂ ਦੀ ਗੱਲ ਹੋ ਰਹੀ ਹੈ, ਉੱਥੇ ਲੰਗਰ ਦੀ ਵਿਵਸਥਾ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਜਗ੍ਹਾ ਵੀ ਕਰ ਸਕਦੀ ਹੈ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿ ਬਾਕੀ ਅੰਦੋਲਨਾਂ 'ਚ ਵੀ ਇਸ ਤਰ੍ਹਾਂ ਦਾ ਹੀ ਵਿਵਹਾਰ ਕਰਨਗੇ, ਤੇ ਮੈਂ ਸਮਝਦਾ ਇਹ ਠੀਕ ਨਹੀਂ ਹੈ ਔਰ ਇਸ ਨੂੰ ਜ਼ਰੂਰ ਦਰੁਸਤ ਕਰਨਾ ਚਾਹੀਦਾ। ਔਰ ਬੀਬੀ ਜਗੀਰ ਕੌਰ ਜੀ ਸਾਨੂੰ ਜ਼ਰੂਰ ਦੱਸਣ ਕਿ ਸੰਗਤਾਂ ਨੇ ਜੇ ਪੁੱਛਣਾ ਹੋਵੇ ਕਿ ਬਰਗਾੜੀ ਦੇ ਅੰਦਰ ਇਸ ਤਰ੍ਹਾਂ ਦੀਆਂ ਵਿਵਸਥਾ ਕਿਉਂ ਨਹੀਂ ਕੀਤੀਆਂ ਗਈਆਂ, ਬਰਗਾੜੀ ਦੇ ਬਾਰੇ 'ਚ ਇਨਸਾਫ ਕਿਉਂ ਨਹੀਂ ਮਿਲਿਆ, ਔਰ ਬਹਿਬਲ ਕਲਾਂ ਦੇ ਬਾਰੇ 'ਚ ਵੀ ਦੱਸਣ, ਔਰ ਕੋਟਕਪੂਰਾ ਦੇ ਬਾਰੇ ਵੀ ਦੱਸਣ। ਔਰ ਇਸੇ ਤਰ੍ਹਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ 325 ਸਵਰੂਪ ਜਿਹੜੇ ਗੁਰੂ ਸਾਹਿਬ ਦੇ ਗੁੰਮਸ਼ੁਦਗੀ ਦੀ ਗੱਲ ਆ ਜਾਂ ਉਸ ਤੋਂ ਵੱਧ ਵੀ ਸਵਰੂਪ ਨੇ, ਉਹਨਾਂ ਦੇ ਬਾਰੇ ਸੰਗਤਾਂ ਕਿੱਥੋਂ ਪੁੱਛਣ, ਇਹਨਾਂ ਚੀਜ਼ਾਂ ਦਾ ਵੀ ਜ਼ਰੂਰ ਜਵਾਬ ਦੇਣ। ਔਰ ਰਾਜਨੀਤਿਕ ਹਿੱਤ ਸਾਧਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਨਾ ਕਰੇ, ਇਹ ਸਾਡੀ ਅਪੀਲ ਤੇ ਪ੍ਰਾਰਥਨਾ ਉਹਨਾਂ ਨੂੰ। ਨਹੀਂ ਦੇਖੋ, ਜਿੱਥੇ ਵੀ ਸਿੱਖ ਸੰਗਤ ਜਿਹੜੀ ਹੈ ਲੰਗਰ ਦੀ ਤੋੜ ਮਹਿਸੂਸ ਕਰੂਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਕਿ ਉੱਥੇ ਸਿੱਖ ਸੰਗਤ ਨੂੰ ਲੰਗਰ ਛਕਾਵੇ। ਜੇ ਉਹਨਾਂ ਨੂੰ ਲੋੜ ਹੈ ਲੰਗਰ ਦੀ ਤੇ ਉਹਨਾਂ ਨੂੰ ਵੀ ਲੰਗਰ ਜਿਹੜਾ ਸ਼੍ਰੋਮਣੀ ਕਮੇਟੀ ਭਜਵਾ ਦੇਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਿੱਖ ਸੰਸਥਾਵਾਂ ਦਾ ਫਰਜ਼ ਹੈ ਭੋਜਨ ਪਾਣੀ ਛਕਾਉਣਾ, ਲੰਗਰ ਪਾਣੀ ਛਕਾਉਣਾ, ਔਰ ਸਿੱਖ ਸੰਸਥਾਵਾਂ ਆਪਣਾ ਫਰਜ਼ ਬਾਖੂਬੀ ਨਿਭਾ ਰਹੀਆਂ। ਉਹ ਕਹਿੰਦੇ ਧਾਰਮਿਕ ਰੰਗ ਦੇ ਰਹੀ ਹੈ SGPC। ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਕਿਸਾਨ ਬੈਠੇ ਨੇ, ਸਾਡੇ ਪਿੰਡਾਂ ਦੇ ਹੀ ਨੇ, ਸਾਡੇ ਨਗਰਾਂ ਦੇ ਨੇ, ਕਸਬਿਆਂ ਦੇ ਨੇ, ਉਹਨਾਂ ਨੂੰ ਲੰਗਰ ਦੀ ਲੋੜ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨਾਂ ਦੀ ਲੋੜ ਪੂਰੀ ਕਰ ਰਹੀ ਹੈ। ਇਹਦੇ 'ਚ ਮਾੜੀ ਕੋਈ ਗੱਲ ਨਹੀਂ। ਕਿਸਾਨੀ ਵਾਹਿਗੁਰੂ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਕਿਰਪਾ ਕਰੇ, ਜਲਦੀ ਕੋਈ ਨਾ ਕੋਈ ਹੱਲ ਨਿਕਲੇ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਜਿਹੜਾ ਇਸ ਲਈ ਯਤਨਸ਼ੀਲ ਹੈ ਕਿ ਜਿਹੜੇ ਸਾਡੇ ਪੰਥ ਦੇ ਆਪਸੀ ਜਿਹੜੇ ਮਤਭੇਦ ਹੈ, ਕੋਈ ਵਿਚਾਰਕ ਮਤਭੇਦ ਹੈ, ਕੋਈ ਹੋਰ ਮਤਭੇਦ ਹੈ, ਇਹਨਾਂ ਨੂੰ ਦੂਰ ਕੀਤਾ ਜਾਏ। ਵੈਸੇ ਕਾਫੀ ਹੱਦ ਤੱਕ ਜਿਹੜੀ ਹੈ ਉਹ ਸੰਤੁਸ਼ਟੀ ਜਿਹੜੀ ਹੈ ਉਹ ਹੋ ਚੁੱਕੀ ਹੈ। ਜੇ ਕਿਤੇ ਥੋੜੀ ਬਹੁਤੀ ਹੈ ਤੇ ਉਹਨੂੰ ਆਉਣ ਵਾਲੇ ਸਮੇਂ 'ਚ ਦੂਰ ਕੀਤਾ ਜਾਊਗਾ। ਸਿੰਘ ਸਾਹਿਬ, ਪ੍ਰਧਾਨ ਮੰਤਰੀ ਸਾਹਿਬ ਨੂੰ ਸੱਦਾ ਭੇਜਿਆ ਜਾਏਗਾ ਵਿਸ਼ੇਸ਼ ਤੌਰ ਤੇ? ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਖਣਾ ਹੈਗਾ ਕਿ ਕਿਸ ਪੋਲੀਟੀਕਲ ਨੂੰ ਬੁਲਾਉਣਾ ਹੈ, ਕਿਸ ਪੋਲੀਟੀਕਲ ਨੂੰ ਨਹੀਂ ਬੁਲਾਉਣਾ। ਉਧਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਨਾਨਕਸ਼ਾਹੀ ਕੈਲੰਡਰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਉਕਤਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਅਰਪਣ ਕਰਦਿਆਂ ਸਾਰੀ ਸਿੱਖ ਸੰਗਤ ਨੂੰ ਵਧਾਈਆਂ ਵੀ ਦਿੱਤੀਆਂ ਨੇ। ਨਵਾਂ ਸਾਲ 553 ਨਾਨਕਸ਼ਾਹੀ ਸੰਮਤ ਜੋ 14 ਮਾਰਚ ਨੂੰ ਆਰੰਭ ਹੋਣ ਜਾ ਰਿਹਾ ਹੈ, ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ, ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਨਾਨਕਸ਼ਾਹੀ ਨਵੇਂ ਸਾਲ ਦੇ ਪ੍ਰਾਰੰਭ ਹੋਣ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ। ਔਰ ਨਾਲ ਹੀ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ, ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ 14 ਮਾਰਚ ਨਵੇਂ ਸਾਲ ਦਾ ਪਹਿਲਾ ਦਿਨ ਹੈ ਨਾਨਕਸ਼ਾਹੀ ਸੰਮਤ ਦਾ। ਇਸ ਦਿਨ ਨੂੰ ਵੀ ਸਿੱਖ ਸੰਗਤ ਜਿਹੜੀ ਹੈ ਉਹ ਬੜੀ ਸ਼ਰਧਾ ਭਾਵ ਦੇ ਨਾਲ ਪ੍ਰਚਾਰੇ ਪ੍ਰਸਾਰੇ, ਬਿਲਕੁਲ ਉਸੇ ਤਰ੍ਹਾਂ ਜਿਵੇਂ 1 ਜਨਵਰੀ ਨੂੰ ਈਸਵੀ ਸਾਲ ਦੇ ਆਰੰਭ ਹੋਣ ਦੇ ਉੱਤੇ ਸੰਗਤ ਵੱਡੇ ਪੱਧਰ ਦੇ ਉੱਤੇ ਖੁਸ਼ੀਆਂ ਦਾ ਇਜ਼ਹਾਰ ਕਰਦੀ ਹੈ, ਇਸੇ ਤਰ੍ਹਾਂ ਨਾਨਕਸ਼ਾਹੀ ਸੰਮਤ ਦੇ ਪ੍ਰਾਰੰਭ ਹੋਣ ਦੇ ਮੌਕੇ 14 ਮਾਰਚ ਨੂੰ ਵੀ ਸਮੁੱਚਾ ਗੁਰੂ ਖਾਲਸਾ ਪੰਥ ਖੁਸ਼ੀਆਂ ਦਾ ਇਜ਼ਹਾਰ ਕਰੇ ਔਰ ਇਸ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਚਾਰਨ ਤੇ ਪ੍ਰਸਾਰਨ ਦੀ ਸੇਵਾ ਜਿਹੜੀ ਹੈ ਉਹ ਗੁਰੂ ਖਾਲਸਾ ਪੰਥ ਸਮੁੱਚਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸੰਪਰਦਾਵਾਂ ਜਿਹੜੀਆਂ ਨੇ ਸਾਰੀਆਂ ਰਲ ਮਿਲ ਕੇ ਕਰਨ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।